ਰੱਬ ਸੋਹਣੇ ਦੇ ਨਾਂ ਨਾਲ ਸ਼ੁਰੂ ਕਰਨੇ ਆ ਜਿਹਦਾ ਸਾਡੀਆਂ ਸਾਹਾਂ ਦੇ ਉੱਤੇ ਪੂਰਾ ਇਖਤਿਆਰ ਹੈ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਅਯੂਬ ਸਾਬਰ ਪ੍ਰੋਗਰਾਮ ਸੁਖਨ ਸ਼ਨਾਸ 'ਚ ਇੱਕ ਵਾਰੀ ਫੇਰ ਹਾਜ਼ਰ ਹਾਂ। ਈਡੀਐਨ ਨਿਊਜ਼ ਦੇ ਸਟੂਡੀਓ 'ਚੋਂ ਅਸੀਂ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਈਡੀਐਨ ਨਿਊਜ਼ ਦਾ ਮਕਸਦ ਇਹ ਵੇ ਕਿ ਜਿਹੜੇ ਲੋਕਾਂ ਦੇ ਵਿੱਚ ਟੈਲੈਂਟ ਹੈ ਉਹਨੂੰ ਸਾਹਮਣੇ ਲਿਆਂਦਾ ਜਾਏ, ਫਨੂਨ ਲਤੀਫਾ ਔਰ ਦੂਸਰੇ ਜਿਹੜੇ ਵੀ ਕੰਮ 'ਚ ਕੋਈ ਆਗੂ ਹੈ ਉਹ ਸਾਹਮਣੇ ਆਏ। ਛੁਪਿਆ ਜਿਹੜਾ ਟੈਲੈਂਟ ਹੈ ਉਹਨੂੰ ਸਾਹਮਣੇ ਲਿਆਉਣ ਵਾਸਤੇ ਈਡੀਐਨ ਨਿਊਜ਼ ਸਿਆਲਕੋਟ ਅਤੇ ਦੂਸਰੇ ਸ਼ਹਿਰਾਂ ਦੇ ਲੋਕਾਂ ਨਾਲ ਰਾਬਤੇ 'ਚ ਰਹਿੰਦਾ ਹੈ। ਸੁਖਨ ਸ਼ਨਾਸ ਦਾ ਮਕਸਦ ਵੀ ਇਹੋ ਹੀ ਹੈ ਕਿ ਅਹਿਲੇ ਜ਼ੁਬਾਨ ਅਹਿਲੇ ਫਨ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਏ। ਅੱਜ ਦਾ ਪ੍ਰੋਗਰਾਮ ਅਸੀਂ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਕਰ ਰਹੇ ਹਾਂ ਔਰ ਮੇਰੇ ਨਾਲ ਸਟੂਡੀਓ 'ਚ ਇਸ ਵਕਤ ਪੰਜਾਬੀ ਔਰ ਉਰਦੂ ਦੇ ਮੰਨੇ ਪਰਮੰਨੇ ਸ਼ਾਇਰ ਮੌਜੂਦ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਪ੍ਰਧਾਨ ਮੇਰੇ ਤੁਹਾਡੇ ਸਾਰਿਆਂ ਦੇ ਜਾਣੇ ਪਹਿਚਾਣੇ ਪੰਜਾਬ ਕਾਲਜ ਦੇ ਵਿੱਚ ਉਰਦੂ ਦੇ ਪ੍ਰੋਫੈਸਰ, ਕਈਆਂ ਕਿਤਾਬਾਂ ਦੇ ਖਾਲਿਕ ਜਨਾਬ ਸੈਯਦ ਅਦੀਦ ਹਰੀ ਨੇ। ਅਸੀਂ ਉਹਨਾਂ ਨੂੰ ਆਪਣੇ ਸਟੂਡੀਓ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਦੂਸਰੇ ਪ੍ਰਾਹੁਣੇ ਉਹ ਪੰਜਾਬੀ ਜ਼ੁਬਾਨ ਦੇ ਮਜ਼ਾਹੀਆ ਸ਼ਾਇਰ ਨੇ ਔਰ ਵੈਸੇ ਤੇ ਉਹ ਇੰਗਲਿਸ਼ ਜ਼ੁਬਾਨ ਦੇ ਪ੍ਰੋਫੈਸਰ ਨੇ ਅਤੇ ਉਹ ਅਕਸਰ ਕਹਿੰਦੇ ਹੁੰਦੇ ਨੇ ਕਿ ਮੈਂ ਇੰਗਲਿਸ਼ ਤੋਂ ਕਮਾ ਕੇ ਤੇ ਪੰਜਾਬੀ ਦੇ ਉੱਤੇ ਲਾਨਾ ਵਾਂ ਔਰ ਜਦੋਂ ਕਲਾਮ ਪੜ੍ਹਦੇ ਨੇ ਤੇ ਲੋਕਾਂ ਦਾ ਹਾਸਾ ਬੇਇਖਤਿਆਰ ਨਿਕਲ ਜਾਂਦਾ, ਡੁੱਲ ਪੈਂਦਾ। ਤੇ ਸਾਡੇ ਤੀਸਰੇ ਮਹਿਮਾਨ ਜਨਾਬ ਆਸਫ ਅਲੀ ਅਲਵੀ ਸਾਹਿਬ ਤੋਂ ਬਾਅਦ ਸਾਡੇ ਤੀਸਰੇ ਮਹਿਮਾਨ ਜਨਾਬ ਅਕਬਰ ਅਲੀ ਗਾਜ਼ੀ ਸਾਹਿਬ ਨੇ, ਜਿਹੜੇ ਡਸਕੇ ਕਾਲਜ ਦੇ ਵਿੱਚ ਪੰਜਾਬੀ ਪੜ੍ਹਾ ਰਹੇ ਨੇ, ਖੁਦ PhD ਪ੍ਰੋਫੈਸਰ ਨੇ, ਪੰਜਾਬੀ ਦੇ ਸੇਵਕ ਨੇ। ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਜਿੱਥੇ ਵੀ ਗੱਲਬਾਤ ਹੋਏ ਉੱਥੇ ਹਾਜ਼ਰ ਹੁੰਦੇ ਨੇ ਔਰ ਪੰਜਾਬੀ ਜ਼ੁਬਾਨ ਦੀ ਸੇਵਾ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾਇਆ ਦਾ। ਅਸੀਂ ਅੱਜ ਗੱਲਬਾਤ ਜਿਹੜੀ ਹੈ ਉਹ ਇਸ ਮੌਜੂ 'ਤੇ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਦੂਸਰੇ ਸੂਬਿਆਂ ਵਿੱਚ ਜਿਹੜੇ ਬਲੋਚ ਬੱਚੇ ਨੇ ਉਹ ਬਲੋਚੀ ਜ਼ੁਬਾਨ 'ਚ ਉਹਨਾਂ ਨੂੰ ਤਾਲੀਮ ਦਿੱਤੀ ਜਾ ਰਹੀ ਹੈ। ਜਿਹੜੇ ਪਠਾਨ ਬੱਚੇ ਨੇ ਉਹਨਾਂ ਨੂੰ ਪਸ਼ਤੋ 'ਚ ਤਾਲੀਮ ਦਿੱਤੀ ਜਾ ਰਹੀ ਹੈ। ਜਿਹੜੇ ਸਿੰਧੀ ਬੱਚੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਾਂ ਬੋਲੀ ਹੈ ਉਹਦੇ ਵਿੱਚ ਤਾਲੀਮ ਦਿੱਤੀ ਜਾ ਰਹੀ ਹੈ। ਅਤੇ ਇਹ ਪੰਜਾਬੀ ਬੱਚਿਆਂ ਦਾ ਇਹ ਹੱਕ ਜਿਹੜਾ ਕਿਉਂ ਖੋਤਾ ਜਾ ਰਿਹਾ ਹੈ, ਇਸ ਪੰਜਾਬੀ ਜ਼ੁਬਾਨ ਨਾਲ ਜਿਹੜਾ ਇਹ ਧਰੋਹ ਕੀਤਾ ਜਾ ਰਿਹਾ ਹੈ, ਇਸ ਧਰੋਹ ਦੇ ਬਾਰੇ 'ਚ ਇhtਜਾਜ ਵੀ ਅਸੀਂ ਕਰਦੇ ਰਹਿੰਦੇ ਹਾਂ ਵਕਤਨ ਫਵਕਤਨ। ਅਤੇ ਮੈਂ ਪ੍ਰੋਫੈਸਰ ਅਕਬਰ ਅਲੀ ਗਾਜ਼ੀ ਹਰਾਂ ਤੋਂ ਗੱਲ ਨੂੰ ਸ਼ੁਰੂ ਕਰਾਂਗਾ। ਗਾਜ਼ੀ ਸਾਹਿਬ, ਇਹ ਧਰੋਹ ਕਦੋਂ ਦਾ ਸ਼ੁਰੂ ਹੋਇਆ ਹੈ? ਇਹਦੀ ਤਾਰੀਖ ਥੋੜ੍ਹੀ ਜਿਹੀ ਦੱਸੋ ਸਾਨੂੰ ਮੁਖਤਸਰ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਲਾ ਸੋਹਣੇ ਦੇ ਪਾਕ ਨਾਂ ਨਾਲ, ਜਿਹਨੇ ਸਾਨੂੰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਰਗਾ ਪਿਆਰਾ ਨਬੀ ਦਿੱਤਾ। ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਅੱਜ ਤੱਕ ਉਹ ਮੁਕਾਮ ਹਾਸਲ ਨਹੀਂ ਕਰ ਸਕੀ ਜਿਹੜਾ ਇਹਨੂੰ ਕਰਨਾ ਚਾਹੀਦਾ ਸੀ। ਬਿਲਾਸ਼ੁਬਾ ਜ਼ੁਬਾਨ ਸਾਡੀ ਬਹੁਤ ਬਹੁਤ ਅਜ਼ੀਮ ਜ਼ੁਬਾਨ ਹੈ, ਬੜਾ ਸਰਮਾਇਆ ਇਹਦੇ ਵਿੱਚ ਮੌਜੂਦ ਹੈ। ਲੇਕਿਨ ਕੁਝ ਸਾਡੇ ਪੰਜਾਬੀਆਂ ਦੀ ਕਮਜ਼ੋਰੀ ਹੈ, ਖਾਸ ਤੌਰ 'ਤੇ ਉਹਨਾਂ ਪੰਜਾਬੀਆਂ ਦੀ ਜਿਹੜਾ ਸੀਟਾਂ 'ਤੇ ਬੈਠੇ ਹੋਏ ਨੇ, ਕੁਰਸੀਆਂ 'ਤੇ ਬੈਠੇ ਹੋਏ ਨੇ, ਉਹਨਾਂ ਦੀ ਤੋਜੋ ਘੱਟ ਹੈ। ਤੋਜੋ ਨਾ ਦੇਣ ਦੀ ਵਜ੍ਹਾ ਤੋਂ ਜ਼ੁਬਾਨ ਪਿੱਛੇ ਰਹਿ ਰਹੀ ਹੈ। ਜ਼ੁਬਾਨ ਪਿੱਛੇ ਰਹਿਣ ਦੀ ਵਜ੍ਹਾ ਤੋਂ ਸਾਡੇ ਬਹੁਤ ਸਾਰੇ ਘਾਟੇ ਸਾਡੇ ਬੱਚਿਆਂ ਨੂੰ ਭੁਗਤਣੇ ਪੈ ਰਹੇ ਨੇ। ਸਵੇਰੇ ਅੱਜ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸਾਂ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਜਾਦਾਂ ਕਰਨ ਵਾਲੇ ਜਿਹੜੇ ਮੁਲਕ ਨੇ ਉਹ ਨੇ ਜਿਹੜੇ ਆਪਣੀ ਜ਼ੁਬਾਨ ਵਿੱਚ ਪੜ੍ਹਦੇ ਨੇ, ਜਿਨ੍ਹਾਂ ਦੇ ਬੱਚਿਆਂ ਨੂੰ ਦੂਸਰੀਆਂ ਜ਼ੁਬਾਨਾਂ ਦਾ ਬੋਝ ਨਹੀਂ ਚੁੱਕਣਾ ਪੈਂਦਾ। ਮਾਦਰੀ ਜ਼ੁਬਾਨ ਵਿੱਚ ਹੀ ਪੜ੍ਹਦੇ ਨੇ ਅਤੇ ਉਹਦੇ ਵਿੱਚ ਹੀ ਅੱਗੇ ਵੱਧਦੇ ਨੇ। ਬਹਰਹਾਲ ਸਾਡੇ ਆਪਣੇ ਮੁਲਕ ਦੇ ਵਿੱਚ ਸਿੰਧ ਵਿੱਚ ਸਿੰਧੀ ਜ਼ੁਬਾਨ ਪੜ੍ਹਾਈ ਜਾ ਰਹੀ ਹੈ। ਇਬਤਦਾਈ ਕੀ ਬਲਕਿ ਉਹ 11ਵੀਂ 12ਵੀਂ ਤੱਕ ਆਸਾਨ ਉਰਦੂ ਵੀ ਅਗਰ ਨਾਲ ਰੱਖਦੇ ਨੇ ਤੇ ਉਹ, ਲੇਕਿਨ ਜ਼ਿਆਦਾਤਰ ਤਾਲੀਮ ਉਹਨਾਂ ਦੀ ਸਿੰਧੀ ਵਿੱਚ। ਇਸੇ ਤਰ੍ਹਾਂ ਖੈਬਰ
पख्तूनख्वा च भी वो पश्तो बल्कि उन्होंने कानून बना दिता कि हिंद को सराइकी और पश्तो इन्हें जिहड़ी भी जबान कोई बच्चा पढ़ना चाह रहा है या उन्होंने जिहड़ी जबान है मादरी वो पढ़ाया जाए। और कई साल पहले बलोचिस्तान कानून मंजूर हो चुका है कि उत्थे पश्तो बलोची और ब्राहवी तिन्हों जबानों के जिहड़े अक्सरीयत वाले बच्चे ने जिथे जिथे इलाके मसलन प्राइमरी स्कूल अगर बलोची बच्चे ज़्यादा ने तो बलोची जिथे ब्राहवी बच्चे ज़्यादा ने उत्थे ब्राहवी ब्राहवी भी इस जबान को कहा जाता है कबीलापुर। लेकिन पंजाब दे विच साडे कोल 1979 तो आईने पाकिस्तान ने सानू हक दिता है कि हर सूबा अपनी ज़बान अपनी इलाकाई ज़बान दे विच अपनी कॉलेज दी और स्कूल दी तालीम जारी रख सकता है। लेकिन पंजाब दे विच सानू हक नहीं दिता गया। हैकता भी नवी पॉलिसी दे विच भी इसी तरह हक दिता है, लेकिन साडे वज़ीर तालीम फरमाते हैं कि जी इत्थे लोकी पढ़ना नहीं चाहते पंजाबी। हालांकि हालिया जिहड़ी लहर है अपनी ज़बान नाल मुहब्बत दी अपनी सकाफत नाल मुहब्बत दी उन्हें साबित कर दिता है कि सारे दे सारे पंजाबी चाहते हैं कि उन्होंने उन्होंने ज़बान पढ़ाया जाए। अज भी अगर साडा रोज़गार पंजाबी दे नाल जुड़ जाए तो कोई वजह नहीं कि साडी ज़बान भी अगे वध सकदी है, असीं अगे वध सकने आ और साडे बच्चों नूं चार चार ज़बानां सीखण दी जिहड़ी मशक्कत विचों गुजरना पैंदा उहदे तो जान छुट सकदी है। और मैनूं धुख होवे कि असीं ईजादात विच बनदा हिस्सा जिहड़ा पूरी दुनिया 'च वो उदों ही लै सकांगे जदों असीं अपनी मादरी ज़बान विच पढ़ा लिखांगे। जी जी आसफ अली अलवी साहब, जिस तरह के प्रोफैसर अकबर अली गाजी हरी कर रहे हैं गल कि साडी जिहड़ी तरक्की है ਉਹਦੀ ਰਾਹ ਵਿੱਚ ਇੱਕ ਰੁਕਾਵਟ ਇਹ ਵੀ ਹੈ ਕਿ ਸਾਡੇ ਬੱਚਿਆਂ ਨੂੰ ਬੁਨਿਆਦੀ ਤਾਲੀਮ ਉਹਨਾਂ ਦੀ ਆਪਣੀ ਜ਼ੁਬਾਨ 'ਚ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਮਾਦਰੀ ਜ਼ੁਬਾਨ ਜਿਹੜੀ ਹੈ ਉਹ ਬੋਲਣ 'ਤੇ ਟੋਕ ਦਿੱਤਾ ਜਾਂਦਾ ਹੈ। ਤੁਸੀਂ ਖੁਦ ਇੰਗਲਿਸ਼ ਦੇ ਪ੍ਰੋਫੈਸਰ ਹੋ ਔਰ ਪੰਜਾਬੀ ਦੇ ਵਿੱਚ ਲਿਖਦੇ ਹੋ, ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ ਜ਼ੁਬਾਨ ਨਾਲ ਪਿਆਰ ਕਰਕੇ ਅਸੀਂ ਅੱਗੇ ਵੱਧ ਸਕਨੇ ਹਾਂ? जी बिस्मिल्लाह रहमान रहीम। बिल्कुल ये गल जी है वो 100% ठीक है कि असी पंजाबी ज़ुबान जी भी साड़ी पंजाबी ज़ुबान होए या जी भी माँ बोली ज़ुबान दूसरिया की जो गल करने तो उत्थे पंजाबी ज़ुबान नूं थोड़ा जिहा लूज रखा जाता है। पंजाबी ज़ुबान जी है मैं समझना कि उस वक्त तक पंजाबी ज़ुबान की बढ़ोतरी वास्ते काम नहीं किया जा सकता जिन्नी देर तक असी बच्चों की गल करने जिन्नी देर तक वड्डे जिहड़े ने वो पंजाबी ज़ुबान नूं बोलना फ़ख्र महसूस ना करन उन्नी देर तक वो ना तो बच्चों नूं पंजाबी बोलन देंगे और ना ही अपने गिरदो नवाद विच पंजाबी का प्रचार करेंगे। लिहाजा अगर पंजाबी की ज़ुबान नूं परवान चढ़ाना है और अपनी माँ बोली नूं जिहड़ा अगे लैके वधना है तो ये वास्ते सब तो अहम बात जिहड़ी है सब तो सच्ची तो सुची गल जिहड़ी है वो ये कि जदों मैच्योर लोग जिहड़े ने जिहड़े पढ़े लिखे लोग ने जिहड़े ज़ुबान की अहमियत नूं समझदे ने वो जब तक इस ज़ुबान नूं बोलन ते फ़ख्र महसूस नहीं करनगे उन्नी देर तक ये ज़ुबान अगे नहीं वधेगी। तो इस ज़ुबान नूं वो स्टेटस जिहड़ा उस वक्त मिल सकता है कि जदों जिहड़ा बंदा पंजाबी ज़ुबान बोलता है तो वो इस चीज़ से उन्होंने मान होए इस चीज़ से वो समझे कि मैं पंजाबी ज़ुबान अपनी ज़ुबान बोल रहा और यही ज़ुबान जी मैं अपने बच्चों का भी जरिया इजहार बनाना है। जद कि मुआशरे दे विच दूसरिया ज़ुबानां जिहड़ियां ने वो हावी होईयां ने तो उसकी सिर्फ वजह है कि असां पंजाबी ज़ुबान नूं एक सैकेंड बल्कि थर्ड दर्जे की ज़ुबान जिहड़ा वो करार दे दिता है। इनू पंजाबी ज़ुबान नूं आम तौर पर गाली गलोच की ज़ुबान जिहड़ा ना वो कुछ अनपढ़ ते जाहिल लोग जिहड़े ने समझते हैं कि गाली गलोच की ज़ुबान है ये गैर महजब ज़ुबान है इस ज़ुबान दे विच जिहड़ा ना वो तहजीब नहीं है। मैं समझना वा कि जिन्ना पंजाबी ज़ुबान दे विच तहजीब और जिन्नी ये महजब ज़ुबान है दुनिया की कोई दूसरी ऐसी जिहड़ी वो महजब ज़ुबान नहीं है। और ये मानी और ये जिहड़ी गहराई है वो दूसरिया ज़ुबानां दे विच ऐसा नहीं है कि दूसरिया ज़ुबानां तो है ने लेकिन उन्हां ज़ुबानां दे नाल उन्हां दा कल्चर नहीं जुड़िया उन्हां दी सकाफत नहीं जुड़ी। ठीक है वो सिर्फ ज़ुबान की हद तक नहीं किताबां दे विच ज़ुबानां ने और उन्हां ज़ुबानां नूं पढ़ा के उस तो बाद जिहड़ा है वो किताबां बनाईयां गईयां ने किताबां कल्चर दा उहदे नाल जुड़त नहीं है। लेकिन तुसीं पंजाबी ज़ुबान जिहड़ी है इहनूं तुसीं देखदे हो जदों भी
ਕੋਈ ਜ਼ੁਬਾਨ ਕੋਈ ਲਫ਼ਜ਼ ਜਿਹੜਾ ਉਹ ਬੋਲਿਆ ਜਾਂਦਾ ਹੈ ਤੇ ਉਹਦੇ ਨਾਲ ਸਾਡੀ ਇੱਕ ਸਕਾਫਤ ਦੀ ਜੁੜਤ ਹੈ, ਉਹਦੇ ਨਾਲ ਸਾਡੀ ਇੱਕ ਰਹਿਤਲ ਦੀ ਜੁੜਤ ਹੈ। ਔਰ ਹਰ ਇਲਾਕੇ ਦੀ ਰਹਿਤਲ ਜਿਹੜੀ ਅਲੱਗ-ਅਲੱਗ ਰਹਿਤਲ ਹੈ ਉਸ ਉੱਥੇ ਜਾ ਕੇ ਸਾਡੇ ਪੰਜਾਬੀ ਲਹਿਜਿਆਂ ਦੇ ਵਿੱਚ ਫਰਕ ਪੈਂਦਾ ਹੈ, ਲੇਕਿਨ ਜ਼ੁਬਾਨ ਇੱਕ ਹੈ। ਲਿਹਾਜ਼ਾ ਮੇਰਾ ਇਹ ਪੈਗਾਮ ਹੈ ਖਾਸ ਤੌਰ ਤੇ ਪੰਜਾਬੀ ਬੋਲਣ ਵਾਲਿਆਂ ਵਾਸਤੇ, ਪੰਜਾਬ 'ਚ ਰਹਿਣ ਵਾਲਿਆਂ ਵਾਸਤੇ ਇਹ ਜ਼ੁਬਾਨ ਹੈ, ਬਲਕਿ ਉਹਨਾਂ ਅੱਗੇ ਮਿੰਨਤ ਹੈ ਕਿ ਪੰਜਾਬੀ ਜ਼ੁਬਾਨ ਨੂੰ ਬੋਲਣਾ ਫਖਰ ਮਹਿਸੂਸ ਕਰੋ। ਪੰਜਾਬੀ ਜ਼ੁਬਾਨ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਬੋਲਣ ਦੇ ਵਾਸਤੇ ਜਿਹੜਾ ਕਨਵਿੰਸ ਕਰੋ, ਉਹਨਾਂ ਨੂੰ ਬੋਲਣ ਵਾਸਤੇ ਉਹਨਾਂ ਨੂੰ ਕਾਇਲ ਕਰੋ ਕਿ ਉਹ ਪੰਜਾਬੀ ਜ਼ੁਬਾਨ ਬੋਲਣ, ਨਾ ਕਿ ਕੋਈ ਬੱਚਾ ਜਿਹੜਾ ਅਗਰ ਪੰਜਾਬੀ ਜ਼ੁਬਾਨ ਬੋਲੇ ਤੇ ਉਹਨੂੰ ਜਿਹੜਾ ਉਹ ਡਾਂਟ ਡਪਟ ਕੀਤੀ ਜਾਏ ਕਿ ਤੂੰ ਪੰਜਾਬੀ ਕਿਉਂ ਬੋਲਣਾ। ਜਿਸ ਤਰ੍ਹਾਂ ਕਿ ਆਮ ਤੌਰ ਤੇ ਸਾਡੇ ਤਾਲੀਮੀ ਅਦਾਰਿਆਂ ਦੇ ਵਿੱਚ ਵੀ ਹੁਣ ਜਿਹੜੇ ਨੇ ਬਹੁਤ ਸਾਰੇ ਅਦਾਰੇ ਜਿਹੜੇ ਨੇ ਇੰਗਲਿਸ਼ ਮੀਡੀਅਮ ਸਕੂਲ ਬਣਾ ਕੇ बैठे ने और उन्होंने ये समझा कि जो इंग्लिश मीडियम है वो बहुत ही अच्छा इदारा है, बड़ा अच्छा मदरसा है। लेकिन ऐसा नहीं है। अगर यो ही कॉन्सैप्ट जो है वो पंजाबी वास्ते दिता जाए और इंशाल्लाह अनकरीब ही मैं एक अपने भी इदारा चला रहा वहाँ स्कूल चला रहा और इंशाल्लाह मैं सब तो पहला सियालकोट के खुद स्टैप लैन वाला हाँ, खुद ये वास्ते जड़ा ना एक मोटिवेशन देने वास्ते, एक तरगीब देने वास्ते मैं अपने स्कूल दे विच जड़ा वो पंजाबी कायदा जड़ा इंशाल्लाह ऐसे साल तो जड़ा ਇਹ ਤੇ ਤੁਸੀਂ ਬੜੀ ਸੋਹਣੀ ਖਬਰ ਦਿੱਤੀ ਹੈ ਸਾਨੂੰ, ਸਾਡਾ ਤੇ ਤੁਸੀਂ ਹੌਸਲਾ ਵਧਾ ਦਿੱਤਾ ਹੈ ਕਿ ਤੁਸੀਂ ਬਾਰਿਸ਼ ਦਾ ਪਹਿਲਾ ਕਤਰਾ ਜਿਹੜਾ ਉਹ ਸਾਬਤ ਹੋਗੇ। इंशाल्लाह मैं ਇਹਦੇ ਤੇ ਪੂਰਾ ਜਿਹੜਾ ਮੁਕੰਮਲ ਤੌਰ ਤੇ ਆਪਣਾ ਜ਼ਿਹਨ ਬਣਾ ਚੁੱਕਾ ਔਰ ਫੈਸਲਾ ਕਰ ਚੁੱਕਾ ਕਿ ਮੇਰੇ ਸਕੂਲ ਦੇ ਵਿੱਚ ਜਿੰਨੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਅੰਗਰੇਜ਼ੀ ਜ਼ੁਬਾਨ ਦੇ ਨਾਲ ਨਾਲ ਉਰਦੂ ਜ਼ੁਬਾਨ ਦੇ ਨਾਲ ਨਾਲ ਦੂਸਰੇ ਜਿਹੜੇ ਅਲੂਮ ਨੇ ਉਹਨਾਂ ਦੇ ਨਾਲ ਨਾਲ ਜਿਹੜਾ ਪੰਜਾਬੀ ਜ਼ੁਬਾਨ ਨੂੰ ਬੋਲਣ ਦੀ ਤਰਗੀਬ ਵੀ ਦਿੱਤੀ ਜਾਏ ਔਰ ਉਹਨਾਂ ਨੂੰ ਬੁਨਿਆਦੀ ਅਲਫਾਜ਼ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਉਹ ਬੱਚੇ ਜਿਹੜੇ ਨੇ, ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਦੱਸਣਾ ਕਿ ਮੇਰੇ ਭਾਈ ਡਾਕਟਰ ਸਾਹਿਬ ਸਨ ਜੀ, ਉਹ ਫੌਤ ਹੋ ਗਏ ਨੇ, ਅੱਲਾਹ ਤਾਲਾ ਗਰੀਕੇ ਰਹਿਮਤ ਕਰੇ। ਔਰ ਉਹਨਾਂ ਦੇ ਕੋਲ ਬੱਚਾ ਲਾਹੌਰ 'ਚ ਉਹਨਾਂ ਦਾ ਆਪਣਾ ਬੇਟਾ ਸੀ, ਉਹ ਪੜ੍ਹਦਾ ਸੀ ਤੇ ਉਹ ਇੰਗਲਿਸ਼ ਮੀਡੀਅਮ ਸਕੂਲ ਪੜ੍ਹਦਾ ਸੀ ਔਰ ਬੜਾ ਉਹ ਦੂਸਰੀ ਤੀਸਰੀ ਜਮਾਤ ਦੇ ਵਿੱਚ ਹੀ ਬੜੀ ਅੱਛੀ ਅੰਗਰੇਜ਼ੀ ਬੋਲਦਾ ਸੀ। ਤੇ ਮੈਂ ਚੁੱਕੇ ਇੱਥੇ ਸਪੋਕਨ ਇੰਗਲਿਸ਼ ਕਰਵਾ ਰਿਹਾ ਸਾਂ, ਕੋਰਸਿਸ ਕਰਵਾ ਰਿਹਾ ਸੀ ਇੰਗਲਿਸ਼ ਸਪੀਕਿੰਗ ਦੇ, ਤੇ ਉਹ ਛੁੱਟੀਆਂ ਹੋਈਆਂ ਤੇ ਉਹਨਾਂ ਨੇ ਮੈਨੂੰ ਉਹ ਬੱਚੇ ਨੂੰ ਭੇਜ ਦਿੱਤਾ ਮੇਰੇ ਕੋਲ। ਉਹਨਾਂ ਕਿਹਾ ਜੀ ਕਿ ਇਹਨੂੰ ਨਾ 2-3 ਮਹੀਨੇ ਜਿਹੜੇ ਛੁੱਟੀਆਂ ਦੇ ਨੇ ਉਹ ਲਵਾ ਕੇ ਨਾ ਤੇ ਅੰਗਰੇਜ਼ੀ ਬੋਲਣ ਦਾ ਜਿਹੜਾ ਨਾ ਇਹਦੀ ਰਵਾਨੀ ਜਿਹੜੀ ਹੈ ਨਾ ਉਹ ਹੋਏ। ਉਹ ਮੇਰੇ ਕੋਲ ਆਇਆ ਤੇ ਮੈਂ 3 ਮਹੀਨੇ ਦੇ ਵਿੱਚ ਉਹਨੂੰ ਸਾਰੇ ਮੀਆਂ ਸਾਹਿਬ ਦੇ ਸ਼ੇਰ ਜਿਹੜੇ ਨਾ ਪੰਜਾਬੀ ਦੀ ਜ਼ੁਬਾਨੀ ਯਾਦ ਕਰਾ ਲਈ ਤੇ ਕਲਾਸ ਇੱਕ ਨਾ ਦਿੱਤੀ ਅੰਗਰੇਜ਼ੀ ਦੀ। ਉਹ ਮੇਰੇ ਕੋਲ ਸੀ, ਉਹ ਰਹਿੰਦਾ ਸੀ, ਬੱਚਾ ਸੀ। ਉਹ ਜਦੋਂ 2 ਮਹੀਨੇ ਬਾਅਦ ਵਾਪਸ ਗਿਆ ਤੇ ਉਹ ਬਾਪ ਉਹਦਾ ਜਿਹੜਾ ਉਹ ਅੰਗਰੇਜ਼ੀ ਬੋਲਣ ਲੱਗਾ ਤੇ ਉਹ ਅੱਗੋਂ ਮੀਆਂ ਸਾਹਿਬ ਦੇ ਸ਼ੇਰ ਸੁਣਾਏ। ਉਹਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਯਾਰ ਤੈਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ ਬੱਚੇ ਨੂੰ ਭੇਜਿਆ ਸੀ ਤੇਰੇ ਕੋਲ ਤੇ ਤੂੰ ਜਿਹੜਾ ਨਾ ਅੱਗੋਂ ਉਹਨੂੰ ਮੀਆਂ ਸਾਹਿਬ ਦੇ ਸ਼ੇਰ ਸੁਣਾ ਸਾਡੇ ਨੇ। ਮੈਂ ਉਹਨੂੰ ਇੱਕੋ ਹੀ ਗੱਲ ਕੀਤੀ, ਮੈਂ ਕਿਹਾ ਇਹ ਜਿਹੜੀ ਜ਼ੁਬਾਨ ਹੈ ਨਾ ਅੰਗਰੇਜ਼ੀ, ਇਹਨੂੰ ਅਸੀਂ ਕਿਸੇ ਵੇਲੇ ਵੀ ਸਿੱਖ ਸਕਦੇ ਹਾਂ, ਲੇਕਿਨ ਇਹ ਪੰਜਾਬੀ ਜ਼ੁਬਾਨ ਜਿਹੜੇ ਮੀਆਂ ਸਾਹਿਬ ਦੇ ਸ਼ੇਰ ਨੇ ਇਹ ਅੱਜ ਇਹਦੇ ਦਿਲੋਂ ਦਿਮਾਗ ਦੇ ਵਿੱਚ ਬੈਠ ਜਾਣਗੇ ਤੇ ਜਦੋਂ ਵੱਡਾ ਹੋਏਗਾ ਤੇ ਜਦੋਂ ਇਹਨਾਂ ਦੀ ਵਜ਼ਾਹਤ ਇਹਨੂੰ ਮਿਲੇਗੀ ਔਰ ਇਹ ਜਦੋਂ ਉਹਨਾਂ ਸ਼ੇਰਾਂ ਨੂੰ ਸਮਝੇਗਾ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਏਗਾ, ਆਪਣੇ ਕਿਰਦਾਰ ਦਾ ਹਿੱਸਾ ਬਣਾਏਗਾ। ਲੇਕਿਨ ਅੰਗਰੇਜ਼ੀ ਦੇ ਫਿਕਰੇ ਜਿਹੜੇ ਨੇ, ਅੰਗਰੇਜ਼ੀ ਜ਼ੁਬਾਨ ਜਿਹੜੀ ਉਹਨੂੰ ਆਪਣੇ ਕਿਰਦਾਰ ਦਾ ਹਿੱਸਾ ਨਹੀਂ ਬਣਾ ਸਕਦੇ। ਮੀਆਂ ਸਾਹਿਬ ਦੀ ਜਿਹੜੀ ਸਬੀਟਰੀ ਹੈ, ਮੀਆਂ ਸਾਹਿਬ ਦੀ ਜਿਹੜੀ ਤਬਲੀਗ ਹੈ, ਠੀਕ ਹੈ, ਇਹ ਅੱਜ ਇਹਨੂੰ ਯਾਦ ਹੋਏਗਾ। ਮਿਸਾਲ ਦੇ ਤੌਰ ਤੇ ਅਸੀਂ ਬਚਪਨ ਦੇ ਵਿੱਚ ਨਮਾਜ਼ ਤੇ ਅਸੀਂ 6 ਸਾਲ 5 ਸਾਲ 7 ਸਾਲ ਦਾ ਬੱਚਾ ਜਿਹੜਾ ਉਹ ਨਮਾਜ਼ ਯਾਦ ਕਰ ਲੈਂਦਾ ਔਰ ਨਮਾਜ਼ ਪੜ੍ਹਦਾ ਵੀ, ਲੇਕਿਨ ਉਹਨੂੰ ਸਮਝ ਨਹੀਂ ਆਉਂਦੀ। ਸਮਝ ਉਹਨੂੰ ਉਦੋਂ ਆਉਂਦੀ ਹੈ ਜਦੋਂ ਉਹ ਇੱਕ ਸਟੇਜ ਤੇ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਤਫਸੀਰ ਪੜ੍ਹਦਾ ਹੈ, ਉਲਮਾ ਕੋਲ ਬੈਠਦਾ ਹੈ, ਦੂਸਰੇ ਪੜ੍ਹੇ ਲਿਖੇ ਲੋਕਾਂ ਕੋਲ ਬੈਠਦਾ ਹੈ ਤੇ ਫਿਰ ਉਹਨੂੰ ਸਮਝ ਆਉਂਦੀ ਤੇ ਫਿਰ ਉਹਨੂੰ ਨਮਾਜ਼ ਪੜ੍ਹਨ ਦਾ ਵੀ ਸਵਾਦ ਆਉਂਦਾ ਹੈ। ਇਸ ਵਾਸਤੇ ਜਦੋਂ ਕੋਈ ਵੀ ਜ਼ੁਬਾਨ ਤੁਹਾਡੀ ਆਪਣੀ ਬੁਨਿਆਦੀ ਜ਼ੁਬਾਨ ਹੈ, ਅਗਰ ਉਹਦੇ ਤੁਹਾਡੇ ਬੇਸਿਕਸ ਜਿਹੜੇ ਨੇ ਉਹ ਹੀ ਠੀਕ ਨਹੀਂ ਹੋਣਗੇ, ਉਹਨਾਂ ਦੇ ਕੋਈ ਲਫ਼ਜ਼ ਹੀ ਨਹੀਂ ਤੁਹਾਨੂੰ ਆਉਣਗੇ ਤੇ ਉਹ ਬੱਚਾ ਜਿਹੜਾ ਉਹ ਵੱਡਿਆ ਹੋ ਕੇ ਕਿਸ ਤਰ੍ਹਾਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਏ। ਬਿਲਕੁਲ, ਬੜੀ ਸੋਹਣੀ ਗੱਲ ਕੀਤੀ ਹੈ। ਤੇ ਅੱਜ ਦੀ ਮਹਿਫਿਲ ਦੇ ਪ੍ਰਧਾਨ ਸੈਯਦ ਅਦੀਦ ਹਰੀ ਮੌਜੂਦ ਨੇ। ਮੇਰਾ ਇਹਨਾਂ ਅੱਗੇ ਸਵਾਲ ਹੈ ਕਿ ਜਦੋਂ ਬੱਚੇ ਵੇਖਦੇ ਨੇ ਆਪਣੇ ਮਾਂ-ਪਿਓ ਨੂੰ ਪੰਜਾਬੀ ਬੋਲਦੇ ਆ ਔਰ ਖੁਦ ਉਰਦੂ ਜਾਂ ਅੰਗਰੇਜ਼ੀ ਬੋਲਦੇ ਨੇ ਤੇ ਉਹਨਾਂ ਬੱਚਿਆਂ ਦੇ ਵਿੱਚ ਕੋਈ ਗੈਪ ਨਹੀਂ ਰਹਿ ਜਾਂਦਾ? ਕੋਈ ਤੁਹਾਡਾ ਕੀ ਖਿਆਲ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬੁਨਿਆਦੀ ਤੌਰ ਤੇ ਬੜੀ ਖੂਬਸੂਰਤ ਗੱਲ ਕੀਤੀ ਹੈ ਇਸ ਦੇ ਬਾਰੇ ਚ ਗਾਜ਼ੀ ਸਾਹਿਬ ਨੇ ਵੀ, ਤਲਵੀ ਸਾਹਿਬ ਨੇ ਵੀ। ਦੇਖੋ, ਇਨਸਾਨ ਦੀ ਇੱਕ ਬੁਨਿਆਦੀ ਸ਼ੌਰੀ ਤੌਰ ਦੇ ਉੱਤੇ ਵੀ ਔਰ ਲਾਸ਼ੌਰੀ ਤੌਰ ਤੇ ਇੱਕ ਬੁਨਿਆਦੀ ਸੋਚ ਇਨਸਾਨ ਦੇ ਅੰਦਰ ਮੌਜੂਦ ਹੁੰਦੀ ਹੈ ਔਰ ਉਹ ਬੁਨਿਆਦੀ ਸੋਚ ਜਿਹੜੀ ਹੈ ਉਹ ਹਮੇਸ਼ਾ ਉਹਨੂੰ ਆਪਣੀ ਮਾਂ ਬੋਲੀ ਚਾਹੁੰਦੀ ਹੈ। ਉਹ ਸ਼ੌਰੀ ਤੌਰ ਤੇ ਜਾਂ ਲਾਸ਼ੌਰੀ ਤੌਰ ਤੇ ਉਹਨੂੰ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਜਾ ਕੇ
ਅਗਰ ਉਰਦੂ 'ਚ ਕਰਦਾ ਤਾਂ ਦੂਸਰੇ ਨੰਬਰ ਤੇ, ਅਗਰ ਉਹਨੂੰ ਇੰਗਲਿਸ਼ 'ਚ ਲੈ ਜਾਂਦਾ ਤੀਸਰੇ ਨੰਬਰ ਤੇ। ਇਹ ਤੇ ਇੱਕ ਪਹਿਲੂ ਹੈ ਕਿ ਉਹਦਾ ਤਰਜਮਾ ਲਾਸ਼ੋਰੀ ਤੌਰ ਤੇ ਕਰਦਾ ਰਹਿੰਦਾ, ਫਿਰ ਉਹਨੂੰ ਸਮਝਦਾ, ਫਿਰ ਉਹਨੂੰ ਜਦੋਂ ਉਹ ਕਿਸੇ ਚੰਨ ਸਮਝ ਜਾਂਦਾ ਹੈ, ਉਸ ਤੋਂ ਬਾਅਦ ਸਮਝਾਉਣਾ ਉਹਦੇ ਵਾਸਤੇ ਮਸਲਾ ਹੁੰਦਾ ਹੈ। ਉਹ ਵੀ ਉਸੇ ਸਟੈਪਸ ਦੇ ਨਾਲ ਜਾ ਕੇ ਫਿਰ ਉਸੇ ਮਰਹਲਿਆਂ 'ਚੋਂ ਗੁਜ਼ਰ ਕੇ ਫਿਰ ਉਹਨੂੰ ਸਮਝਾਉਂਦਾ ਹੈ। ਤੇ ਯਕੀਨਨ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿਸੇ ਚੀਜ਼ ਨੂੰ ਅਪਣਾਉਂਦੇ ਪਏ ਹਾਂ ਕਿ ਨਹੀਂ, ਕਿਸੇ ਚੀਜ਼ ਨੂੰ ਆਪਣਾ ਕਹਿੰਦੇ ਪਏ ਹਾਂ ਕਿ ਨਹੀਂ। ਅਗਰ ਅਸੀਂ ਪੰਜਾਬੀ ਨੂੰ ਆਪਣਾ ਕਹਿੰਦੇ ਹਾਂ ਤੇ ਫਿਰ ਸਾਨੂੰ ਉਹਨੂੰ ਉਹਦੇ 'ਚ ਗੱਲ ਕਰਨ 'ਚ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ। ਬੇਸ਼ੱਕ 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 ਅਲਹਮਦੁਲਿਲਾ ਮੇਰਾ ਪੂਰਾ ਘਰ ਜਿਹੜਾ ਹੈ ਉਹਦੇ 'ਚ ਪੜ੍ਹੇ ਲਿਖੇ ਨੇ। ਮੇਰਾ ਬੇਟਾ ਜਿਹੜਾ ਮਕੈਨੀਕਲ ਇੰਜੀਨੀਅਰ ਹੈ, ਲੇਕਿਨ ਘਰ 'ਚੋਂ ਪੰਜਾਬੀ ਬੋਲਦਾ ਹੈ, ਆਪਣੇ ਬੱਚਿਆਂ ਨਾਲ ਪੰਜਾਬੀ ਬੋਲਦਾ ਹੈ, ਔਰ ਅਸਾਂ ਵੀ ਉਹਦੇ ਨਾਲ ਪੰਜਾਬੀ ਬੋਲੀ ਹੈ। ਅੱਜ ਵੀ ਪੰਜਾਬੀ 'ਚ ਗੱਲ ਕਰਦੇ ਔਰ ਅਸੀਂ ਆਪਣੀ ਜ਼ੁਬਾਨ ਦੇ ਉੱਤੇ ਫਖਰ ਕਰਨਾ ਉਹਨੂੰ ਸਿਖਾਇਆ। ਤੇ ਪਹਿਲੀ ਗੱਲ ਹੈ ਕਿ 3 ਇਨਸਾਨ ਦੇ ਬੁਨਿਆਦੀ ਤੌਰ ਤੇ ਮੁਹੱਬਤ ਦੇ 3 ਵੱਡੇ ਜਿਹੜੇ ਨਾਂ ਨੇ, ਮਾਂ ਬੋਲੀ ਤੇ ਮਾਂ ਧਰਤੀ। ਧਰਤੀ ਮਾਂ ਵੀ ਮਾਂ ਹੈ, ਮਾਂ ਬੋਲੀ ਵੀ ਮਾਂ ਹੈ। ਤੇ ਜਿਸ ਤਰ੍ਹਾਂ ਆਦਮੀ ਆਪਣੀ ਮਾਂ ਦੇ ਨਾਲ ਪਿਆਰ ਕਰਦਾ ਹੈ, ਉਸ ਤਰ੍ਹਾਂ ਹੀ ਆਪਣੀ ਮਿੱਟੀ ਦੇ ਨਾਲ ਕਰੇ, ਹਾਂਜੀ ਤੇ ਉਸ ਤਰ੍ਹਾਂ ਹੀ ਆਪਣੀ ਮਾਂ ਬੋਲੀ ਦੇ ਨਾਲ ਕਰੇ। ਔਰ ਦੂਸਰੀ ਗੱਲ, ਮੈਂ ਉਰਦੂ 'ਚ ਸ਼ਾਇਰੀ ਕਰਨਾ, ਮੈਂ ਉਰਦੂ 'ਚ ਕਈ ਕਿਤਾਬਾਂ ਲਿਖ ਚੁੱਕਿਆ ਨੇ, ਲੇਕਿਨ ਜਦੋਂ ਵੀ ਗੱਲ ਹੋਏਗੀ ਤੇ ਕਹਿਣਗੇ ਅਹਿਲੇ ਜ਼ੁਬਾਨ ਦਿੱਲੀ ਵਾਲੇ, ਅਹਿਲੇ ਜ਼ੁਬਾਨ ਲਖਨਊ ਵਾਲੇ, ਔਰ ਅਲਵੀ ਸਾਹਿਬ ਨੇ ਪੰਜਾਬੀ 'ਚ ਗੱਲ ਕਰਦੇ ਨੇ ਤੇ ਇਹਦੇ 'ਚ ਅਹਿਲੇ ਜ਼ੁਬਾਨ ਇਹੀ ਨੇ। ਜੀ ਜੀ ਬਿਲਕੁਲ ਬਿਲਕੁਲ ਪੰਜਾਬ ਵਾਲੇ। ਹਾਂਜੀ। ਇਹ ਸਾਡੀ ਇੱਕ ਆਪਣੀ ਵਿਰਾਸਤ ਹੈ, ਅੱਛਾ ਆਪਣਾ ਵਿਰਸਾ ਹੈ ਸਾਡਾ, ਇਹ ਵਿਰਾਸਤ ਹੈ। ਇਹਦੇ ਨਾਲ ਸਾਡਾ ਮਾਣ ਵੀ ਹੈ, ਇਹਦੇ ਨਾਲ ਸਾਡੀ ਜਾਨ ਵੀ ਹੈ, ਬਿਲਕੁਲ ਸਾਡੀ ਇੱਜ਼ਤ ਪਹਿਚਾਨ ਵੀ ਇਹਦੇ ਨਾਲ ਹੈ। ਤੇ ਸਾਨੂੰ ਪਹਿਲੇ ਨੰਬਰ ਦੇ ਉੱਤੇ ਤੇ ਪੰਜਾਬੀ ਨੂੰ ਇਬਤਦਾਈ ਤੌਰ ਦੇ ਉੱਤੇ ਆਪਣੇ ਘਰ ਦੇ ਵਿੱਚ, ਆਪਣੇ ਇਰਦ ਗਿਰਦ ਦੇ ਵਿੱਚ ਇਹਦਾ ਰਿਵਾਜ ਆਮ ਕਰ ਦੇਣਾ ਚਾਹੀਦਾ। ਹਾਂ, ਅਲਬੱਤਾ ਥੋੜ੍ਹਾ ਜਿਹਾ ਮਸਲਾ ਹੈ ਵੀ ਕਿ ਜਿਸ ਤਰ੍ਹਾਂ ਥੋੜ੍ਹੇ ਇਲਾਕੇ ਦੇ ਉੱਤੇ ਪੰਜਾਬੀ ਮੁਖਤਲਿਫ ਹੋਈ ਜਾਂਦੀ ਹੈ। ਇਹ ਗਾਜ਼ੀ ਸਾਹਿਬ ਜਿਹੇ ਬੰਦਿਆਂ ਦਾ ਕੰਮ ਹੈ ਕਿ ਇਹਦੇ ਨਿਸਾਬ ਨੂੰ ਬੜਾ ਮੁਸ਼ਕਿਲ ਕੰਮ ਹੈ। ਥੋੜ੍ਹੀ ਜਿਹੜੀ ਤਬਦੀਲੀ ਹੈ, ਇਸ ਤਬਦੀਲੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾ ਇਹ ਬੜਾ ਮੁਸ਼ਕਿਲ ਕੰਮ ਹੈ, ਔਰ ਇਹ ਕੰਮ ਕਰਨ ਵਾਲਾ ਹੈ ਬਿਲਕੁਲ, ਔਰ ਇਹ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ। ਬੇਸ਼ੱਕ ਬੇਸ਼ੱਕ ਇਸ ਤਰ੍ਹਾਂ ਜਿਸ ਤਰ੍ਹਾਂ ਉਰਦੂ ਦੇ ਵਿੱਚ ਵੀ ਇਹ ਬੜੀ ਜ਼ਰੂਰਤ ਹੈ, ਪੰਜਾਬੀ ਦੇ ਵਿੱਚ ਉਦੋਂ ਜ਼ਿਆਦਾ, ਲੇਕਿਨ ਪੰਜਾਬੀ ਮਿੱਠੀ ਬੋਲੀ ਹੈ। ਬੇਸ਼ੱਕ ਸੋਹਣੀ ਗੱਲ ਕੀਤੀ ਪੰਜਾਬੀ ਦੀ ਜਿਹੜੀ ਮਿਠਾਸ ਹੈ ਨਾ, ਉਹ ਕਿਸੇ ਹੋਰ ਚੀਜ਼ ਦਾ ਅੱਛਾ, ਮੈਂ ਹੁਣ ਇੱਕ ਹੋਰ ਪਹਿਲੂ ਰੱਖਣਾ ਚਾਹੁੰਦਾ ਸਾਹਮਣੇ, ਉਹ ਇਹ ਵੇ ਕਿ ਸਾਡੇ ਜਿਹੜੇ ਸੂਫੀਆ ਨੇ, ਉਹਨਾਂ ਨੇ ਜਿਹੜੀ ਤਾਲੀਮ ਦਿੱਤੀ ਹੈ, ਉਹਨਾਂ ਨੇ ਜਿਹੜੀ ਕਿਰਦਾਰ ਸਾਜ਼ੀ ਕਰ ਛੜੀ ਹੈ, ਉਹਨਾਂ ਦੀ ਸ਼ਾਇਰੀ ਦੇ ਵਿੱਚ ਜਿਹੜੇ ਅਸੂਲ ਉਹਨਾਂ ਨੇ ਦੱਸੇ ਨੇ ਜ਼ਿੰਦਗੀ ਗੁਜ਼ਾਰਨ ਦੇ, ਮੇਰਾ ਖਿਆਲ ਹੈ ਕਿ ਸਾਨੂੰ ਹੋਰ ਕਿਸੇ ਜ਼ੁਬਾਨ ਦੇ ਵਿੱਚ, ਜਿਹੜੀਆਂ ਸਾਡੇ ਏਸ਼ੀਆ ਦੇ ਵਿੱਚ ਬੋਲੀਆਂ ਜਾਂਦੀਆਂ ਨੇ, ਕਿਸੇ ਵੀ ਜ਼ੁਬਾਨ ਦੇ ਵਿੱਚ ਇਸ ਤਰ੍ਹਾਂ ਦੀ ਸਿਆਣਪ ਤੇ ਇਸ ਤਰ੍ਹਾਂ ਦੀ ਕਿਰਦਾਰ ਸਾਜ਼ੀ ਮਿਲਦੀ ਹੋਈ ਨਹੀਂ। ਤੇ ਅਸੀਂ ਜੇ ਆਪਣੀ ਪੰਜਾਬੀ ਜ਼ੁਬਾਨ ਕੋਲੋਂ ਦੂਰ ਹੋ ਜਾਾਂਗੇ, ਬਾਬੇ ਬੁੱਲੇ ਸ਼ਾਹ ਕੋਲੋਂ ਦੂਰ ਹੋ ਜਾਾਂਗੇ, ਮੀਆਂ ਮੁਹੰਮਦ ਬਖਸ਼ ਕੋਲੋਂ ਦੂਰ ਹੋ ਜਾਵਾਂਗੇ, ਤੇ ਅਸੀਂ ਬਹੁਤ ਸਾਰੀ ਜਿਹੜੀ ਸਿਆਣਪ ਹੈ ਉਹਦੇ ਕੋਲੋਂ ਦੂਰ ਹੋ ਜਾਵਾਂਗੇ, ਅਸੀਂ ਆਪਣੇ ਕਿਰਦਾਰ ਨੂੰ ਸਿੱਧੇ ਰਸਤੇ ਤੇ ਕਿਸ ਤਰ੍ਹਾਂ ਰੱਖ ਸਕਾਂਗੇ। ਬੇਸ਼ੱਕ। ਤੇ ਇਹ ਅਲਵੀ ਸਾਹਿਬ ਤੁਸੀਂ ਇਹਦੀ ਜ਼ਰਾ ਵਜ਼ਾਹਤ ਕਰੋ ਕਿ ਇਹ ਮਾਸ਼ਰੇ 'ਚ ਜਿਹੜਾ ਅੱਜ ਵਿਗਾੜ ਹੈ, ਉਹਦਾ ਵੀ ਸੁਧਾਰ ਇਹਦੇ ਨਾਲ ਨਹੀਂ ਕੀਤਾ ਜਾ ਸਕਦਾ ਪੰਜਾਬੀ ਦੇ ਨਾਲ? ਜੀ, ਪੰਜਾਬੀ ਦੇ ਨਾਲ ਇਸ ਵਾਸਤੇ ਇਹਦਾ ਸੁਧਾਰ ਕੀਤਾ ਜਾ ਸਕਦਾ ਹੈ। ਔਰ 100% ਤੁਹਾਡੀ ਗੱਲ ਇਹ ਠੀਕ ਹੈ ਕਿ ਜਿਹੜੀਆਂ ਗੱਲਾਂ ਮਤਲਬ ਬਚਪਨ ਤੋਂ ਲੱਗ ਕੇ ਬੱਚਾ ਜਿਹੜਾ ਅਗਰ ਪੰਜਾਬੀ ਬੋਲਦਾ ਹੈ ਔਰ ਪੰਜਾਬੀ ਦੇ ਵਿੱਚ ਉਹਨੂੰ ਜਿਹੜਾ ਨਾ ਤੁਸੀਂ ਲਫ਼ਜ਼ ਨਵੇਂ ਦਿੰਦੇ ਹੋ, ਤੇ ਉਹਨਾਂ ਦੀ ਵਜ਼ਾਹਤ ਜਿਹੜਾ ਨਾ ਉਹ ਮੰਗਦਾ ਹੈ। ਇਨਸਾਨ ਦੀ ਫਿਤਰਤ ਹੈ ਕਿ ਜੋ ਉਹ ਨਹੀਂ ਜਾਣਦਾ ਉਹਦੀ ਵਜ਼ਾਹਤ ਮੰਗਦਾ ਹੈ। ਤੇ ਅਗਰ ਅਸੀਂ ਹੁਣ ਹੀ ਬੱਚਿਆਂ ਦੀ ਤਰਬੀਅਤ ਜਿਹੜੀ ਹੈ ਉਹ ਇਸ ਤਰ੍ਹਾਂ ਕਰਾਂਗੇ ਜਾਂ ਆਪਣੇ ਆਲੇ ਦੁਆਲੇ ਜਿਹੜਾ ਉਹ ਪੰਜਾਬੀ ਬੋਲਾਂਗੇ ਔਰ ਇਸ ਪੰਜਾਬੀ ਜ਼ੁਬਾਨ ਨੂੰ ਜਿਹੜਾ ਨਾ ਉਹ ਇਖਲਾਕੀ ਇਕਦਾਰ ਦੇ ਉੱਤੇ ਲਿਆ ਕੇ ਦੇਖਾਂਗੇ, ਤੇ ਮੈਂ ਸਮਝਦਾ ਕਿ ਸਾਡੇ ਕੋਲ ਪੰਜਾਬੀ ਲਿਟਰੇਚਰ ਦੇ ਵਿੱਚ, ਪੰਜਾਬੀ ਅਦਬ ਦੇ ਵਿੱਚ ਜਿਤਨੇ ਬੜੇ ਸਕਾਲਰ ਨੇ, ਮੈਂ ਅਕਸਰ ਕਹਿੰਦਾ ਨਾ ਕਿ ਹਰ ਸੂਫੀ ਸ਼ਾਇਰ, ਹਰ ਸੂਫੀ, ਹਰ ਦਰਵੇਸ਼ ਸ਼ਾਇਰ ਹੋਇਆ। ਤੁਸੀਂ ਦੇਖ ਲਓ ਕਿ ਹਰ ਦਰਵੇਸ਼ ਜਿਹੜਾ ਉਹ ਸ਼ਾਇਰ ਹੋਇਆ, ਲੇਕਿਨ ਬਦਕਿਸਮਤੀ ਇਹ ਹੈ ਕਿ ਹਰ ਸ਼ਾਇਰ ਦਰਵੇਸ਼ ਨਹੀਂ ਹੋਇਆ। ਹਰ ਸ਼ਾਇਰ ਦਰਵੇਸ਼ ਨਹੀਂ ਹੋਇਆ, ਲੇਕਿਨ ਹਰ ਦਰਵੇਸ਼ ਸ਼ਾਇਰ ਹੋਇਆ। ਤੇ ਅਗਰ ਦਰਵੇਸ਼ ਦੀ ਗੱਲ ਨੂੰ ਸਮਝਣਾ ਹੈ
ਅਗਰ ਦਰਵੇਸ਼ ਦੇ ਤਬਲੀਗ ਨੂੰ ਸਮਝਣਾ ਹੈ, ਉਹਨੇ ਜੋ ਸਾਡੀ ਤਰਬੀਅਤ ਕਰਨਾ ਚਾਹੀਏ, ਅਗਰ ਅਸੀਂ ਉਸ ਤਰਬੀਅਤ ਵੱਲ ਜਿਹੜਾ ਨਾ ਉਹ ਵਧਣਾ ਚਾਹੁੰਦੇ ਹਾਂ, ਤੇ ਸਾਡੇ ਕੋਲ ਜਿੰਨਾ ਜ਼ਖੀਰਾ ਪੰਜਾਬੀ ਜ਼ੁਬਾਨ ਦੇ ਦਰਵੇਸ਼ਾਂ ਦਾ ਮੌਜੂਦ ਹੈ, ਇਹਨਾਂ ਦੂਸਰੀਆਂ ਜ਼ੁਬਾਨਾਂ ਦੇ ਲੋਕਾਂ ਦਾ ਮੌਜੂਦ ਨਹੀਂ ਹੈ। ਤੇ ਇਸ ਵਾਸਤੇ ਕਿਰਦਾਰ ਦੇ ਬਿਹਤਰੀ ਵਾਸਤੇ ਸਾਨੂੰ ਇਹਨਾਂ ਬਜ਼ੁਰਗਾਂ ਨੂੰ ਵੀ ਪੜ੍ਹਨਾ ਚਾਹੀਦਾ ਹੈ, ਔਰ ਇਹਨਾਂ ਨੂੰ ਪੜ੍ਹ ਕੇ ਨਾ ਸਿਰਫ ਜਿਹੜਾ ਉਹ ਸਾਨੂੰ ਆਪਣੇ ਤੱਕ ਰੱਖਣਾ ਚਾਹੀਦਾ, ਬਲਕਿ ਆਪਣੇ ਬੱਚਿਆਂ ਤੱਕ ਵੀ ਜਿਹੜਾ ਉਹ ਪਹੁੰਚਾਉਣਾ ਚਾਹੀਦਾ, ਤਾਂ ਕਿ ਉਹ ਵੀ ਵੱਡੇ ਹੋ ਕੇ ਬਿਲਕੁਲ ਇਹਨਾਂ ਨੂੰ ਸਮਝਣ। ਤੇ ਅੱਛਾ ਪ੍ਰੋਫੈਸਰ ਗਾਜ਼ੀ ਸਾਹਿਬ, ਮੈਂ ਤੁਹਾਡੇ ਅੱਗੇ ਸਵਾਲ ਕਰਾਂਗਾ ਕਿ ਅੱਜ ਦੇ ਮਾਸ਼ਰੇ ਦੇ ਵਿੱਚ ਜਿਹੜੀ ਬੇਚੈਨੀ ਨਜ਼ਰ ਆਉਂਦੀ ਹੈ ਪਈ, ਜਿਹੜੀ ਇੱਕ ਅਫਰਾ ਤਫਰੀ ਨਜ਼ਰ ਆਉਂਦੀ ਹੈ ਪਈ, ਜਿਹੜੇ ਮਸਾਇਲ ਨਜ਼ਰ ਆਉਂਦੇ ਨੇ ਪਏ, ਇਹ ਮੈਂ ਸਮਝਣਾ ਕਿ ਜਦੋਂ ਦੇ ਅਸੀਂ ਸੂਫੀਆ ਕੋਲੋਂ ਦੂਰ ਹੋਏ ਹਾਂ, ਇਹ ਉਦੋਂ ਦੀ ਨਹੀਂ ਸ਼ੁਰੂ ਹੋਈ ਦੀ। ਤੇ ਜੇ ਅਸੀਂ ਫੇਰ ਇਹ ਜੁੜਤ ਕਰੀਏ ਤੇ ਇਹ ਮਸਲੇ ਹੱਲ ਨਹੀਂ ਹੋ ਸਕਦੇ। ਤੁਸੀਂ ਜ਼ਰਾ ਇਹਦੇ ਉੱਤੇ ਗੱਲਬਾਤ ਕਰੋ। ਮੈਂ ਬਾਬਾ ਫਰੀਦੁੱਦੀਨ ਸ਼ਕਰਗੰਜ ਰਹਿਮਤੁल्लाह अलैह ਦੇ ਇੱਕ ਸ਼ੇਰ ਨਾਲ ਗੱਲ ਸ਼ੁਰੂ ਕਰਾਂਗਾ। ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸੁਭਾਏ ਜਗ। ਵਾਹ ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸੁਭਾਏ ਜਗ, ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਆਗ। ਆਪਣੀ ਗੱਲ ਅਸੀਂ ਸਾਰੇ ਕਰਨੇ ਆ, ਮਜ਼ਹਬਾਂ ਦੇ ਦਾਇਰੇ 'ਚ, ਕੌਮਾਂ ਦੇ ਦਾਇਰੇ 'ਚ, ਮੁਲਕਾਂ ਦੇ ਦਾਇਰੇ 'ਚ, ਜ਼ਬਾਨਾਂ ਦੇ ਦਾਇਰੇ 'ਚ। ਇਹਨਾਂ ਬਜ਼ੁਰਗਾਂ ਨੇ, ਇਹਨਾਂ ਸੂਫੀ ਸ਼ਾਇਰਾਂ ਨੇ ਸਾਨੂੰ ਇਹਨਾਂ ਤੋਂ ਬੁਲੰਦ ਹੋ ਕੇ ਇਨਸਾਨੀਅਤ ਦਾ ਦਰਦ ਮਹਿਸੂਸ ਕਰਨ ਦੀ ਦਾਵਤ ਦਿੱਤੀ, ਰਵਾਦਾਰੀ ਦੀ ਦਾਵਤ ਦਿੱਤੀ, ਦੂਸਰੇ ਇਨਸਾਨਾਂ ਦੀ ਕਦਰ ਕਰਨ ਦੀ ਦਾਵਤ ਦਿੱਤੀ। ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰਕੇ ਕੁੱਟ, ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਭਾਵੇ ਸੋ ਲੁੱਟ। ਔਰ ਮੈਂ ਸਮਝਦਾ ਕਿ ਇਸ ਦੁਨੀਆ ਦੇ ਸਾਰੇ ਹੀ ਪੁਆੜੇ ਇਸੇ ਮੈਨ ਦੇ ਨੇ। ਸੋਹਣੀ ਗੱਲ। ਲੋਕੀ ਮਾਰ ਰਹੇ ਨੇ, ਮਾਲ ਖੋ ਰਹੇ ਨੇ, ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ, ਮਧੋਲ ਰਹੇ ਨੇ ਪੈਰਾਂ ਥੱਲੇ, ਤੇ ਸਿਰਫ ਐਸੇ ਲਈ। ਤੇ ਅਗਰ ਅਸੀਂ ਐਸੇ ਮੈਂ ਦਾ ਸਬਕ ਜਿਹੜਾ ਇਹ ਪੜ੍ਹ ਲਈਏ, ਆਪਣੀ ਮੈਂ ਮਾਰਨ ਲਈ ਤਿਆਰ ਹੋ ਜਾਈਏ, ਤੇ ਇਹ ਸਾਡੇ ਸਾਰੇ ਰੌਲੇ ਮੁੱਕ ਸਕਦੇ ਨੇ। ਬਾਬੇ ਸਾਨੂੰ ਸਿਰਫ ਬਾਬਾ ਫਰੀਦ ਹੀ ਨਹੀਂ, ਸਾਡੇ ਕੋਲ ਸ਼ਾਹ ਹੁਸੈਨ ਕੋਲ ਵੀ ਇਹ ਸਬਕ ਮਿਲਦਾ ਹੈ, ਬੁੱਲੇ ਸ਼ਾਹ ਕੋਲ ਵੀ ਇਹ ਸਬਕ ਮਿਲਦਾ ਹੈ। ਸਾਰੇ ਮਜ਼ਹਬ ਤੋਂ ਉੱਤੇ ਹੋ ਕੇ ਇਨਸਾਨ ਦੀ ਕਦਰ ਕਰਨ ਦਾ ਮਸ਼ਵਰਾ ਦਿੰਦੇ ਨੇ। ਔਰ ਸਾਡਾ ਜਿਹੜਾ ਮੁਆਸ਼ਰਾ ਹੈ, ਜਿਹਦੇ ਵਿੱਚ ਮੁਖਤਲਿਫ ਮਜ਼ਹਬਾਂ ਦੇ ਲੋਕ, ਮੁਖਤਲਿਫ ਕੌਮਾਂ ਦੇ ਲੋਕ, ਮੁਖਤਲਿਫ ਦਰਜਿਆਂ ਦੇ ਲੋਕ ਮੌਜੂਦ ਨੇ, ਇੱਥੇ ਇਸ ਸੋਚ ਨੂੰ ਫਰੋਗ ਦੇਣ ਦੀ ਬਹੁਤ ਲੋੜ ਹੈ। ਬਹੁਤ ਬੇਸ਼ੱਕ। ਮੈਂ ਇਹੋ ਹੀ ਗੱਲ ਤੁਹਾਡੇ ਨਾਲ ਕਰਾਂਗਾ, ਸੈਯਦ ਅਜ਼ੀਜ਼ ਹਰੀ ਨਾਲ ਕਰਾਂਗਾ ਕਿ ਅਸੀਂ ਪੰਜਾਬੀ ਦਾ ਜਿਹੜਾ ਦਰਸ ਹੈ, ਜਿਹੜਾ ਸੂਫੀਆ ਦਾ ਕਲਾਮ ਹੈ, ਜਿਹੜਾ ਉਹਨਾਂ ਦਾ ਪੈਗਾਮ ਹੈ, ਉਹਨੂੰ ਆਮ ਕਰਕੇ ਮਾਸ਼ਰੇ ਦੇ ਉੱਤੇ ਮੁਸਬਤ ਅਸਰਾਤ ਪੇਸ਼ ਨਹੀਂ ਕਰ ਸਕਦੇ। ਮੇਰਾ ਤਾਂ ਖਿਆਲ ਹੈ ਕਿ ਇਹੋ ਹੀ ਇੱਕ ਕੱਲਾ ਰਸਤਾ ਵੇ। ਵਾਹ ਕਿਆ ਸੋਹਣੀ ਗੱਲ ਕੀਤੀ ਕਿ ਚਾਹੇ ਅਸੀਂ ਕਿਸੇ ਵੀ ਜ਼ਬਾਨ ਸਿੱਖਣ ਤੇ ਕੋਈ ਪਾਬੰਦੀ ਨਹੀਂ, ਕਿਸੇ ਦੀ ਜ਼ੁਬਾਨ ਵੀ ਸਿੱਖੋ, ਲੇਕਿਨ ਆਪਣੀ ਜ਼ੁਬਾਨ ਆਉਣੀ ਚਾਹੀਦੀ ਹੈ। ਤੇ ਜੇ ਅਸੀਂ ਉਸ ਖਿਆਲ ਨੂੰ, ਉਸ ਸੋਚ ਨੂੰ ਪ੍ਰਵਾਨ ਚੜਾਉਣਾ ਚਾਹੁੰਦੇ ਹਾਂ, ਦੂਸਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਤੇ ਉਹਦੇ ਵਾਸਤੇ ਤੇ ਫਿਰ ਲਾਜ਼ਮੀ ਹੈ ਕਿ ਸਾਨੂੰ ਆਪਣੀ ਜ਼ੁਬਾਨ ਤੇ ਮੁਕੰਮਲ ਅਬੂਰ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਫਖਰ ਹੋਣਾ ਚਾਹੀਦਾ। ਫਖਰ ਦੇ ਨਾਲ ਉਹਨੂੰ ਸਿੱਖਣਾ ਵੀ ਚਾਹੀਦਾ ਹੈ। ਬੇਸ਼ੱਕ ਉਹਨੂੰ ਸਿੱਖਣਾ ਵੀ ਚਾਹੀਦਾ ਹੈ, ਉਹਦੇ ਤੇ ਕੰਮ ਵੀ ਕਰਨਾ। ਬਲਕਿ ਜਿੰਨਾ ਕੰਮ ਪੰਜਾਬੀ ਦੇ ਉੱਤੇ ਹੋਇਆ ਨਾ ਇੱਥੇ ਪਾਕਿਸਤਾਨ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਮੇਰਾ ਖਿਆਲ ਕਿਸੇ ਹੋਰ ਜ਼ੁਬਾਨ ਤੇ ਨਹੀਂ ਹੋਇਆ ਦਾ। ਪੰਜਾਬੀ 'ਚ ਬਹੁਤ ਜ਼ਿਆਦਾ ਕੰਮ ਹੋਇਆ ਦਾ ਹੈ, ਇਸ ਦੇ ਬਾਵਜੂਦ ਕਿ ਇਹਨੂੰ ਨਾ ਤੇ ਹਕੂਮਤੀ ਸਰਪ੍ਰਸਤੀ ਰਹੀ ਹੈ, ਨਾ ਇਹਦੀ ਕੋਈ ਬਾਕਾਇਦਾ ਇੰਸਟੀਚਿਊਟ ਹੈ ਜਿਹਦੇ 'ਚ ਇਹਦੀ ਤਾਲੀਮ ਦਿੱਤੀ ਜਾਏ, ਇਹਦੀ ਤਰਬੀਜ ਵਾਸਤੇ ਕੋਈ ਕੰਮ ਨਹੀਂ। ਲੇਕਿਨ ਜਿਸ ਤਰ੍ਹਾਂ ਉਹ ਕਹਿੰਦੇ ਨਾ ਇਕਬਾਲ ਕਿ ਫਿਤਰਤ ਖੁਦ ਬਖੁਦ ਕਰਤੀ ਹੈ ਲਾਲੇ ਕੀ ਹਿਨਾਬੰਦੀ, ਇਹਦੀ ਖੁਦ ਬਖੁਦ ਹਿਨਾਬੰਦੀ ਹੁੰਦੀ ਪਈ ਹੈ। ਔਰ ਇਹਦੀ ਜਿਹੜੀ ਬਕਾਵ ਹੈ, ਇਹਦੀ ਜਿਹੜੀ ਹਮੇਸ਼ਾ ਰਹਿਣਾ ਹਮੇਸ਼ਗੀ ਹੈ ਇਹਦੀ, ਉਹ ਖੁਦ ਬਖੁਦ ਲੋਕਾਂ ਦੇ ਦਿਲ ਦੇ ਵਿੱਚ ਇਹ ਚੀਜ਼ ਪੈਦਾ ਹੁੰਦੀ ਹੈ। ਔਰ ਆਪਣੀ ਜ਼ੁਬਾਨ ਨਾਲ ਕਿਸੇ ਤਰ੍ਹਾਂ ਵੀ, ਜਿਸ ਤਰ੍ਹਾਂ ਹੁਣ ਅਲਵੀ ਸਾਹਿਬ ਜਾਂ ਗਾਜ਼ੀ ਸਾਹਿਬ ਜਾਂ ਇਸ ਤਰ੍ਹਾਂ ਹੋਰ ਬਹੁਤ ਸਾਰੇ ਤੁਹਾਡੇ ਦੋਸਤ ਨੇ ਜਿਹੜੇ ਕੰਮ ਕਰਦੇ ਨੇ ਪਏ, ਇਹ ਅੱਲਾਹ ਤਾਲਾ ਨੇ ਇੱਕ ਸਿਲਸਿਲਾ ਬਣਾਇਆ ਵੀ ਕਿਸੇ ਚੀਜ਼ ਦੇ ਪ੍ਰਵਾਨ ਚੜਾਉਣ ਦਾ। ਸੂਫੀਆਂ ਨੂੰ ਕਿਹਨੇ ਕਿਹਾ ਸੀ? ਤੁਸੀਂ ਬੁਨਿਆਦੀ ਤੌਰ ਤੇ ਫਾਰਸੀ ਦੇ ਵਿੱਚੋਂ ਆਏ ਸਨ ਨਾ, ਫਾਰਸੀ ਹੈ, ਉਦੋਂ ਪਿੱਛੇ ਅਰਬੀ ਹੈ, ਲੇਕਿਨ ਉਹਨਾਂ ਨੇ ਆਪਣੀ ਇਸ ਜ਼ੁਬਾਨ ਨੂੰ ਅਬਲਾਗ ਦਾ ਜ਼ਰੀਆ ਬਣਾਇਆ ਵੇ, ਇਸ ਜ਼ੁਬਾਨ 'ਚ ਗੱਲ ਕੀਤੀ ਹੈ। ਉਹ ਇਸ ਜ਼ੁਬਾਨ 'ਚ ਗੱਲ ਕਰਨ ਦਾ ਮਕਸਦ ਇਹੋ ਹੀ ਹੈ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਇਹਨੂੰ ਪਹੁੰਚਾਉਣ ਵਾਸਤੇ ਸਭ ਤੋਂ ਮੁਨਾਸਬ ਇਹ ਜ਼ੁਬਾਨ ਸੀ। ਬੇਸ਼ੱਕ। ਔਰ ਜਿਹੜੀ ਸਭ ਤੋਂ ਮੁਨਾਸਬ ਜ਼ੁਬਾਨ ਸੀ,
ਅਸੀਂ ਉਹਦੇ ਤੋਂ ਪਿੱਛੇ ਹਟ ਗਏ ਹਾਂ ਔਰ ਦੂਸਰੀਆਂ ਜ਼ਬਾਨਾਂ ਨੂੰ ਸਿੱਖ ਲਿਆ। ਔਰ ਫਿਰ ਅਸੀਂ ਹੁਣ ਇਸ ਆਪਣੀ ਗੱਲਬਾਤ ਨੂੰ ਇਸ ਦੇ ਉੱਤੇ ਮੁਕਾਨੇ ਆ ਕਿ ਸਾਡੇ ਪੰਜਾਬ ਦੇ ਹਾਲ ਬੰਦਿਆਂ ਇਸੇ ਜ਼ੁਬਾਨ ਦੇ ਸ਼ੇਰ ਪੜ੍ਹਦੇ ਹੁੰਦੇ ਕਿਆ ਹਨ। ਬਾਤ ਹੈ। ਔਰ ਅੱਜ ਤੱਕ ਉਹ ਕਿਹੜੇ ਸਕੂਲ ਤੇ ਕਾਲਜ ਗਏ ਹਨ ਉਹ ਸਿੱਖਣ ਪੰਜਾਬੀ ਤੇ ਵਾਸਤੇ? ਸਿਰਫ 2 ਮਿਸਰੇ ਜੀ ਜੀ ਤੇਰੇ ਲੌਂਗ ਦਾ ਪਿਆ ਲਸ਼ਕਰ ਕਹਿਰਾ ਤੇ ਹਾਲੀਆਂ ਦੇ ਨੇ ਹਾਲ ਕਿੱਥੇ ਕਿਸੇ ਜ਼ੁਬਾਨ ਚੱਲ ਆਏ ਕਿੱਥੇ ਕੋਈ ਜ਼ੁਬਾਨ ਇਹਨੂੰ ਬਿਲਕੁਲ ਜਾਂ ਫਿਰ ਉਹ ਇਕਬਾਲ ਨੇ ਵੀ ਕਹਿਣਾ ਸਾਏ ਕੀ ਤਰ੍ਹਾਂ ਸਾਥ ਫਿਰੇ ਸਰਬੋ ਸਨੋਵਰ, ਲੇਕਿਨ ਪੰਜਾਬੀ ਦੇਖੋ ਕਿੱਡੀ ਖੂਬਸੂਰਤ ਹੈ। ਬਿਲਕੁਲ ਇਹਦੇ ਨਾਲ ਹੀ ਅਸੀਂ ਉੱਥੇ ਜੀ ਉਗਦਾ ਸਰੂ ਦਾ ਬੂਟਾ ਜਿੱਥੇ ਭੱਬ ਪੈਰ ਰੱਖਦੇ ਅਸੀਂ ਬਿਲਕੁਲ ਔਰ ਅੱਜ ਦੀ ਇਹ ਸਾਡੀ ਗੱਲਬਾਤ ਦਾ ਇਹ ਜਿਹੜਾ ਨਿਚੋੜ ਉਹ ਇਹ ਨਿਕਲਿਆ ਕਿ ਸਾਨੂੰ ਆਪਣੀ ਧਰਤੀ ਦੀ, ਆਪਣੀ ਮਾਂ ਬੋਲੀ, ਆਪਣੀ ਜ਼ੁਬਾਨ ਤੇ ਫਖਰ ਕਰਨਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਇਸ ਜ਼ੁਬਾਨ ਤੋਂ ਦੂਰ ਨਹੀਂ ਰੱਖਣਾ ਚਾਹੀਦਾ। ਇਹ ਸਾਡਾ ਵਾਸਤੇ ਇੱਕ ਤਰੱਕੀ ਦਾ ਰਸਤਾ ਹੈ, ਅਮਨ ਦਾ ਰਸਤਾ ਹੈ, ਮੁਹੱਬਤ ਦਾ ਰਸਤਾ ਹੈ ਔਰ ਇਹਦੇ ਨਾਲ ਨਵੀਆਂ ਰਾਹਾਂ ਖੁੱਲਣਗੀਆਂ। ਇਹਦੇ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਅਯੂਬ ਸਾਬਰ ਨੂੰ ਪ੍ਰੋਗਰਾਮ ਦੇ ਇਸ ਪਹਿਲੇ ਹਿੱਸੇ ਚੋਂ ਇਜਾਜ਼ਤ ਦਿਓ। ਇੰਸ਼ਾਅੱਲਾ ਦੁਬਾਰਾ ਹਾਜ਼ਰ ਹੋਵਾਂਗੇ।